इंट्रोडक्शन दे के करना है। हाँ जी सर। ठीक है जी, बैठ के बोलना है खड़े होके? बैठ के, ठीक है। ਸਾਰੇ ਪੱਤਰਕਾਰਾਂ ਨੂੰ ਮੇਰਾ ਨਮਸਕਾਰ। ਫਾਰੂਕੀ ਜੀ ਦੇ ਨਿਮੰਤਰਣ ਤੇ ਸਾਡੇ ਨਿਮੰਤਰਣ ਤੁਸੀਂ ਇੱਥੇ ਆਏ ਹੋ, ਮੈਂ ਇਹਦੇ ਲਈ ਸਾਰਿਆਂ ਤੁਹਾਡਾ ਧੰਨਵਾਦ ਕਰਨਾ। ਅੱਜ ਦਾ ਜਿਹੜਾ ਵਿਸ਼ੇ ਹੈਗਾ ਹੈ ਇਹ ਬਹੁਤ ਖਾਸ ਵਿਸ਼ੇ ਹੈਗਾ ਹੈ। ਇਹ ਇੰਨਾ ਮਹੱਤਵਪੂਰਨ ਵਿਸ਼ੇ ਹੈ। ਸਾਰਾ ਜਿਹੜਾ ਸਾਡਾ ਸਰੀਰ ਹੈ ਨਾ, ਇਹ ਠੀਕ ਹੋਣਾ ਤਾਂ ਹੀ ਤੇ ਅਸੀਂ ਸਾਰੀ ਦੁਨੀਆ ਦੇ ਕੰਮ ਕਰਨੇ ਨੇ। ਮੈਂ ਤੁਹਾਡੇ ਸਾਹਮਣੇ ਇੱਕ ਦੋ ਸਵਾਲ ਰੱਖਣਾ ਚਾਹੁੰਦਾ, ਤੁਹਾਤੋਂ ਜਵਾਬ ਨਹੀਂ ਮੰਗ ਰਿਹਾ, ਤੁਸੀਂ ਸੋਚਿਓ। ਜਨਤਾ ਦੇ ਅੱਗੇ ਵੀ ਰੱਖਣ ਦੀ ਗੱਲ ਹੈ। ਤੁਸੀਂ ਇੱਕ ਗੱਲ ਦੱਸੋ, ਅੱਜ ਤੋਂ 2300 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਮੈਗਜ਼ੀਨਸ ਆਏ ਸੀ, ਉਹਨਾਂ ਨੇ ਲਿਖਿਆ ਆਪਣੀ ਇੰਡੀਕਾ ਕਿਤਾਬ 'ਚ ਉਹਨਾਂ ਦਾ ਛਪਿਆ ਹੋਇਆ ਹੈ ਕਿ ਹਿੰਦੁਸਤਾਨ 'ਚ ਇੱਕ ਬੰਦਾ ਉਹਨਾਂ ਨੂੰ ਬਿਮਾਰ ਨਹੀਂ ਮਿਲਿਆ 2300 ਸਾਲ ਪਹਿਲਾਂ। ਅਤੇ ਜਿਹੜੇ ਬੰਦੇ ਸੀ ਉਹ ਕਹਿੰਦਾ ਹਿੰਦੁਸਤਾਨ ਦੇ ਲੋਕ ਬੜੇ ਅਜੀਬ ਹੈ, ਕੋਈ 120 ਸਾਲ ਜਿੱਦਾਂ ਰਹਿੰਦਾ ਹੈ, ਕੋਈ 150 ਸਾਲ, ਕੋਈ 200 ਸਾਲ, ਕੋਈ 250 ਸਾਲ। ਜ਼ਰਾ ਆਸ-ਪਾਸ ਨਜ਼ਰ ਮਾਰੋ, ਕਿਹੜਾ ਬੰਦਾ ਜਿਹੜਾ 150 ਸਾਲ ਜਿੰਦਾ ਰਹਿੰਦਾ ਅੱਜ? ਦੂਜੀ ਗੱਲ, ਉਹ ਕਹਿੰਦਾ ਬਿਮਾਰ ਕੋਈ ਨਹੀਂ। ਕਿਹੜਾ ਬੰਦਾ ਹੀ ਤੁਹਾਡੇ ਸ਼ਹਿਰ 'ਚ, ਸਾਡੇ ਸ਼ਹਿਰ 'ਚ ਕਿਹੜਾ ਬਿਮਾਰ ਨਹੀਂ ਹੈਗਾ? ਹਰ ਬੰਦਾ ਬਿਮਾਰ ਹੈ। ਅਨਾਜ ਦੀ ਰਾਸ਼ਨ ਤਰ੍ਹਾਂ ਦਵਾਈਆਂ ਜਾਂਦੀ ਹੈ। ਇੱਕ ਹੋਰ ਐਸੇ ਗੱਲ ਨੂੰ ਮੈਂ ਹੋਰ ਹਾਈਲਾਈਟ ਕਰਨਾ ਚਾਹੁੰਦਾ ਦੂਜੇ ਤਰੀਕੇ ਨਾਲ। ਤੁਸੀਂ ਦੇਖੋ, ਦਵਾਈਆਂ ਵੱਧ ਗਈ, ਡਾਕਟਰ ਵੱਧ ਗਏ, ਅਤੇ ਹੋਣਾ ਕੀ ਚਾਹੀਦਾ? ਜੇ ਦਵਾਈਆਂ ਨਾਲ, ਡਾਕਟਰ ਨਾਲ ਸਾਡੇ ਮਰੀਜ਼ ਠੀਕ ਹੁੰਦੇ ਨੇ, ਹੋਣਾ ਇਹ ਚਾਹੀਦਾ ਸੀ ਕਿ ਸਾਡੇ ਦੇਸ਼ 'ਚ ਜਾਂ ਦੁਨੀਆ 'ਚ ਸਾਰਿਆਂ 'ਚ ਜਿਹੜਾ ਹੈ ਮਰੀਜ਼ ਘਟਣੇ ਚਾਹੀਦੇ ਸੀ, ਉਮਰ ਵਧਣੀ ਚਾਹੀਦੀ ਸੀ। ਹੋਇਆ ਪੁੱਠਾ ਹੈ। ਤੁਸੀਂ ਮੇਰੇ ਤੋਂ ਸਹਿਮਤ ਹੋਗੇ? ਬਿਮਾਰੀਆਂ ਵੀ ਵੱਧ ਗਏ, ਬਿਮਾਰ ਵੱਧ ਗਏ। ਯਾਨੀ ਇਕੁਏਸ਼ਨ ਕੀ ਬਣੀ ਹੈ? ਬਿਮਾਰੀ ਵਧੀ, ਦਵਾਈਆਂ ਵਧੇ, ਇਜ਼ ਇਕੁਅਲ ਟੂ ਕੀ ਆਇਆ? ਮਰੀਜ਼ ਵੱਧ ਗਏ। ਦਵਾਈਆਂ ਵਧੀ, ਡਾਕਟਰ ਵਧੇ, ਮਰੀਜ਼ ਵੱਧ ਗਏ। ਇਹਦਾ ਮਤਲਬ ਕਿਤੇ ਤਾਂ ਕੋਈ ਗੜਬੜ ਹੈ ਨਾ ਜੀ। ਇਹ ਦਵਾਈਆਂ ਨਾਲ, ਡਾਕਟਰਾਂ ਕਰਕੇ ਸਾਡੇ ਲੋਕੀ ਵਧਣ ਨਾਲ ਠੀਕ ਨਹੀਂ ਹੋ ਰਹੇ, ਤੇ ਕਿਤੇ ਤਾਂ ਕੋਈ ਗੜਬੜ ਹੈ। ਉਹੀ ਸਾਡੇ ਸਮਝਣ ਦੀ ਗੱਲ ਹੈ, ਗੜਬੜ ਹੈ ਕੀ, ਕਿੱਥੇ ਗੜਬੜ ਹੈ, ਉਹ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ। ਦੇਖੋ, ਸਾਡੇ ਜਿਹੜੀ ਆਸ-ਪਾਸ ਜੋ ਕੁਝ ਸਾਡੇ ਚੱਲ ਰਿਹਾ ਹੈ, ਸਾਰੇ ਦੇ ਉੱਤੇ ਕਰੋੜੋਂ ਡਾਲਰ ਖਰਚ ਕਰਕੇ ਆਪਾਂ 10 ਸਾਲ ਕੰਮ ਕਰਕੇ ਦਵਾਈ ਇੰਟਰੋਡਿਊਸ ਕੀਤੀ ਹੈ। ਅਤੇ ਤੁਸੀਂ ਜਰਨਲਿਸਟ ਹੈ, ਤੁਸੀਂ ਨੈੱਟ ਦੇ ਉੱਪਰ ਦੇਖ ਲੈਣਾ, ਦਰਜਨੋਂ ਦਵਾਈਆਂ ਜਿਹੜੀਆਂ ਵਿਡਰਾਅ ਕਰ ਲਈ। ਇੱਕ ਹੀ ਖੇਲ ਹੈ ਜੀ। ਤੁਸੀਂ ਕਰੋੜੋਂ ਡਾਲਰ ਖਰਚ ਕਰਤੇ, 10 ਸਾਲ ਲਾਤੇ, ਫਿਰ ਇੱਕ ਸਾਲਟ ਇੰਟਰੋਡਿਊਸ ਕੀਤਾ ਹੈ ਤੁਸੀਂ ਦਵਾਈ ਦੇ ਨਾਂ 'ਤੇ, ਉਸ ਨੂੰ ਵਿਡਰਾਅ ਕਰਨਾ ਪਿਆ ਕਿਉਂਕਿ ਉਸ ਦਵਾਈ ਨਾਲ ਤੁਹਾਡੇ ਹਜ਼ਾਰਾਂ ਲੋਕ ਬਿਮਾਰ ਪੈ ਗਏ, ਹਜ਼ਾਰਾਂ ਲੋਕ ਮਰ ਗਏ, ਉਹਦੇ ਤੁਹਾਨੂੰ ਫਾਈਨ ਭਰਨਾ ਪਿਆ, ਡੈਮੇਜ ਉਹਦਾ ਭਰਨਾ, ਨੁਕਸਾਨ ਭਰਨਾ ਪਿਆ ਤੁਹਾਨੂੰ। ਐਸਾ ਹੋਇਆ ਕਿ ਨਹੀਂ ਹੋਇਆ? ਨੈੱਟ ਦੇ ਉੱਪਰ ਦੇਖ ਲਓ। ਦੁਨੀਆ ਦੀ ਵੱਡੀ ਵੱਡੀ ਕੰਪਨੀਆਂ। ਇਸ ਤੋਂ ਠੀਕ ਵਿਪਰੀਤ ਮੇਰੇ ਨਾਲ ਆਯੁਰਵੇਦ ਦੇ ਡਾਕਟਰ ਬੈਠੇ ਨੇ, ਲੁਧਿਆਣਾ ਦੇ ਤੁਹਾਡੇ ਡਾਕਟਰ ਨੇ। ਤੁਸੀਂ ਮੈਨੂੰ ਦੱਸੋ, ਦੁਨੀਆ ਦੀ 5000 ਸਾਲ ਪੁਰਾਣੀ ਪੈਥੀ ਇੱਕ ਦਵਾਈ ਵਿਡਰਾਅ ਹੋਈ ਹੈ ਅੱਜ ਤੱਕ? ਨਹੀਂ ਹੋਈ। WHO ਕਹਿੰਦਾ ਹੈ ਰਜਿਸਟੈਂਸ ਪੈਦਾ ਹੋ ਗਈ ਹੈ ਸਾਰੀ ਬਿਮਾਰੀਆਂ ਦੇ ਸਟੇਨ 'ਚ, ਉਹਦੇ ਕੀਟਾਣੂ ਰੋਗਾਣੂਆਂ 'ਚ। ਕਾਹਦੀ ਰਜਿਸਟੈਂਸ ਹੈ? ਦਵਾਈਆਂ ਦੀ, ਐਂਟੀਬਾਇਓਟਿਕ ਦੀ। ਯਾਨੀ ਜਿਹੜੀ 100-125 ਸਾਲ ਪਹਿਲੇ ਪੈਥੀ ਸ਼ੁਰੂ ਹੋਈ ਹੈ, ਉਹ ਸਕੈਮ ਦੀ ਗੱਲ ਲੱਗ ਹੈ। ਸਕੈਮ ਨੂੰ ਅਸੀਂ ਬਾਅਦ 'ਚ ਦੱਸਾਂਗੇ, ਪਹਿਲਾਂ ਕਿੰਨੀ ਐਫੀਕੇਸੀ ਹੈ ਉਹਦੇ 'ਚ, ਕਿੰਨੀ ਕੁ ਕੰਮ ਦੀ ਹੈ, ਤੁਸੀਂ ਦੇਖੋ। ਉਹਦੇ 'ਤੇ ਰਜਿਸਟੈਂਸ ਡਿਵੈਲਪ ਹੋ ਗਈ। 100-125 ਸਾਲ 'ਚ ਸਾਡੀ ਆਯੁਰਵੈਦਿਕ ਦਵਾਈ ਦੀ ਇੱਕ ਵੀ ਰਜਿਸਟੈਂਸ ਪੈਦਾ ਨਹੀਂ ਹੋਈ। ਇਹ ਤਾਂ ਤੁਹਾਡੀ ਕਹਾਣੀ ਹੋ ਗਈ ਐਲੋਪੈਥੀ ਅਤੇ ਆਯੁਰਵੇਦ ਅਤੇ ਨੈਚੁਰੋਪੈਥੀ, ਉਹ ਕਿੰਨੀ ਦਮਦਾਰ ਹੈਗੀ ਹੈ। ਇਹ ਸਕੈਮ ਦੀ ਗੱਲ ਆਪਾਂ ਕਰਨੀ ਹੈ। ਤੁਸੀਂ ਕਿਤਾਬ ਦੇਖੋ, ਮਾਰਕੀਟ 'ਚ ਬੜੀ ਵਿਕ ਰਹੀ ਹੈ, ਹਸਪਤਾਲ ਸੇ ਜੀਵਿਤ ਕੈਸੇ ਲੌਟੇ, MD ਡਾਕਟਰ ਲਿਖ ਰਿਹਾ ਹੈ। ਦੂਜਾ ਲੋਪਾ ਮਹਿਤਾ, ਮਨੂ ਕਠਾਰੀ, ਬੰਬਈ ਦੇ 2 ਡਾਕਟਰ ਨੇ, ਬ੍ਰਿਟੇਨ 'ਚ ਹੈਗੇ ਹੈ। 20 ਸਾਲ ਪਹਿਲਾਂ ਉਹਨਾਂ ਦੀ ਕਿਤਾਬ ਛਪੀ ਹੈ। ਉਹ ਕਹਿ ਰਹੇ ਜਿਹੜਾ ਬੰਦਾ ਕੈਂਸਰ ਦੀ ਦਵਾਈ ਖਾਂਦਾ ਹੈ, ਟ੍ਰੀਟਮੈਂਟ ਕਰਾਉਂਦਾ ਹੈ, ਉਹ ਛੇਤੀ ਮਰ ਜਾਂਦਾ ਹੈ, ਤੜਪ ਤੜਪ ਕੇ ਮਰਦਾ ਹੈ, ਤਕਲੀਫ ਪਾ ਕੇ ਮਰਦਾ ਹੈ। ਜਿਹਦਾ ਇਲਾਜ ਨਹੀਂ ਕਰਾਉਂਦਾ, ਇਹ ਬੜੀ ਇੰਪੋਰਟੈਂਟ ਗੱਲ ਕਹਿ ਰਿਹਾ ਮੈਂ, MD ਡਾਕਟਰ ਕਹਿ ਰਹੇ, ਬ੍ਰਿਟੇਨ ਤੋਂ ਛਪੀ ਹੈ, ਕਿਸੇ ਨੇ ਖੰਡਨ ਨਹੀਂ ਕੀਤਾ ਅੱਜ ਤੱਕ ਉਹਦਾ। ਜਿਹੜਾ ਦਵਾਈ ਨਹੀਂ ਖਾਂਦਾ ਉਹ ਜ਼ਿਆਦਾ ਦਿਨ ਤੱਕ ਜ਼ਿੰਦਾ ਰਹਿੰਦਾ ਹੈ, ਅਤੇ ਉਹਦੀ ਮੌਤ ਜਿਹੜੀ ਹੈ ਉਹ ਤੜਪ ਕੇ ਨਹੀਂ ਹੁੰਦੀ, ਤਕਲੀਫ ਪਾ ਕੇ ਨਹੀਂ ਹੁੰਦੀ। ਅਤੇ ਫਿਰ ਵੀ ਤੁਸੀਂ ਕਹੀ ਜਾਂਦੇ ਹੋ ਕੀਮੋਥੈਰੇਪੀ ਕਰਾਓ, ਕੀਮੋਥੈਰੇਪੀ ਕਰਾਓ। ਦੁਨੀਆ ਦੀ ਇੱਕ ਬਹੁਤ ਵੱਡੀ ਡਾਕਟਰ ਹੋਈ ਹੈ, ਉਹਨਾਂ ਦਾ ਨਾਮ ਹੈ ਡਾਕਟਰ ਬੁੱਡਵਿਗ, ਜਰਮਨ ਦੀ। ਹੁਣ ਦੁਨੀਆ 'ਚ ਨਹੀਂ ਹੈਗੀ ਉਹ। ਤੁਸੀਂ ਨੈੱਟ ਦੇ ਉੱਪਰ ਜਾ ਕੇ ਖੋਲ੍ਹ ਕੇ ਵੇਖ ਲਓ। ਰੱਬ ਨਾ ਕਰੇ ਕਿਸੇ ਨੂੰ ਕੈਂਸਰ ਹੋਏ, ਪਰ ਪੰਜਾਬ ਤੇ ਦੁਨੀਆ ਦਾ ਸਾਰਿਆਂ ਤੋਂ ਜ਼ਿਆਦਾ ਕੈਂਸਰ ਹੋ ਰਿਹਾ, ਸਾਰਿਆਂ ਤੋਂ ਜ਼ਿਆਦਾ ਜ਼ਹਿਰ ਇੱਥੇ ਖੇਤਾਂ 'ਚ ਪਾ ਰਹੇ ਹੈ। ਤੁਹਾਨੂੰ ਪਤਾ ਹੈ, ਸਾਨੂੰ ਪਤਾ ਹੈ। ਫਿਰ ਕੀ ਕਰਨਾ ਹੈ? ਰੱਬ ਨਾ ਕਰੇ ਕਿਸੇ ਨੂੰ ਹੋ ਜਾਏ, ਅਤੇ ਤੁਸੀਂ ਨੈੱਟ ਦੇ ਉੱਪਰ ਜਾ ਕੇ ਲਿਖੋ ਬੁੱਡਵਿਗ ਪ੍ਰੋਟੋਕੋਲ।
ਵੁਡਵਿਗ ਪ੍ਰੋਟੋਕਾਲ 'ਚ ਤੁਸੀਂ ਦੇਖੋ ਕਿੰਨਾ ਸੌਖੇ ਇਲਾਜ ਹੈ ਕੈਂਸਰ ਦੇ। ਉਹਨਾਂ ਨੇ ਯੋਹੰਨਾ ਵੁਡਵਿਗ ਨੇ ਇਹਦੇ ਇਲਾਜ ਕੱਢਤੇ ਬੜੇ ਆਸਾਨੀ ਨਾਲ। ਉਹ ਤੁਹਾਨੂੰ ਮੈਂ ਦੱਸ ਵੀ ਦਿੰਦਾ, ਅਲਸੀ ਹੈਗਾ, ਪਨੀਰ ਹੈਗਾ, ਉਹਦੇ ਨਾਲ ਇਲਾਜ ਕਰ ਰਹੀ ਹੈ। ਉਹ ਫਲਾਂ ਨਾਲ ਇਲਾਜ ਕਰ ਰਹੀ ਹੈ। ਲੱਖੋਂ ਪੇਸ਼ੈਂਟ ਉਹਦੇ ਕਿਉਰ ਹੋ ਗਏ ਹੈ, ਉਸ ਨੂੰ ਦੁਬਾਰਾ ਕੈਂਸਰ ਨਹੀਂ ਹੋਇਆ ਹੈ। ਤੁਹਾਡੇ ਜਿਹੜੇ ਪੇਸ਼ੈਂਟ ਨੇ 2% ਠੀਕ ਹੁੰਦੇ ਨੇ, ਉਹਨੂੰ ਦੁਬਾਰਾ ਕੈਂਸਰ ਹੁੰਦਾ ਹੈ। ਇਹ ਕਾਹਦਾ ਇਲਾਜ ਹੋਇਆ? 8-10 ਰੁਪਏ 20 ਲੱਖ ਰੁਪਏ ਦੇ। ਯੋਹੰਨਾ ਵੁਡਵਿਗ ਦੇ ਖਿਲਾਫ ਮੈਂ ਪਿੱਛੇ ਇੱਕ ਪੈਰਲਲ ਮੀਟਿੰਗ ਹੋਈ ਹੈ, ਮੈਂ ਹੈ ਨਾ, ਤੁਸੀਂ ਵੇਖੋ ਯੋਹੰਨਾ ਵੁਡਵਿਗ ਨੇ ਜਦ ਇਲਾਜ ਸਾਰੇ ਦੱਸਦੇ। 7 ਵਾਰ ਡਾਕਟਰ ਯੋਹੰਨਾ ਵੁਡਵਿਗ ਦਾ ਨਾਂ ਨੋਬਲ ਪ੍ਰਾਈਜ਼ ਲਈ ਦਿੱਤਾ ਗਿਆ, ਬਾਅਦ 'ਚ ਵਾਪਸ ਲੈ ਲਿਆ। ਸ਼ਰਤ ਕੀ ਲਾਈ? ਲਿਖੋ ਕੀਮੋਥੈਰੇਪੀ ਦੀ ਜ਼ਰੂਰਤ ਹੈਗੀ ਹੈ ਤੁਹਾਡੇ ਟ੍ਰੀਟਮੈਂਟ ਦੇ ਨਾਲ। ਉਹਨੇ ਕਿਹਾ ਨਹੀਂ, ਇਹ ਤਾਂ ਹਾਨੀਕਾਰਕ ਹੈ, ਇਹ ਤਾਂ ਖਰਾਬ ਹੈ, ਹਾਰਮਫੁਲ ਹੈਗੀ ਹੈ, ਮੈਂ ਨਹੀਂ ਲਿਖਾਂਗੀ, ਮੈਂ ਨਹੀਂ ਕਵਾਂਗੀ। ਉਹਦਾ ਲਾਇਸੈਂਸ ਕੈਂਸਲ ਕਰਾਤਾ, ਉਹਦੀ ਲੈਬ ਬੰਦ ਕਰਾਤੀ, ਉਸਨੂੰ 30 ਕੇਸ ਉਹਦੇ 'ਤੇ ਪਾਤੇ ਜਰਮਨ 'ਚ। ਉਹ ਕੱਲੀ ਉਹ ਕੇਸ ਲੜ ਕੇ ਜੀਤੀ ਹੈ, ਕੋਰਟ ਨੇ ਉਹਨਾਂ ਨੂੰ ਝਾੜ ਮਾਰੀ ਹੈ ਕਿਸ ਨੂੰ? ਡਰੱਗ ਕੰਪਨੀਜ਼ ਨੂੰ, ਜਿਹੜੇ ਸਕੈਮ ਕਰ ਰਹੇ ਆ ਸਾਰੇ। ਤੇ ਉਸ ਦਾ ਤੁਸੀਂ ਪ੍ਰੋਟੋਕਾਲ ਪੜ੍ਹੋ। ਜੇ ਤੁਸੀਂ ਠੀਕ ਕਰਨਾ ਹੈ ਜੀ ਕੈਂਸਰ ਨੂੰ, ਤੇ ਜਿਹਦੇ ਨਾਲ ਲੱਖੋਂ ਮਰੀਜ਼ ਤਰੀਕੇ ਨਾਲ ਠੀਕ ਹੋਏ, ਤੁਸੀਂ ਤਰੀਕਾ ਸਾਨੂੰ ਕਿਉਂ ਨਹੀਂ ਦੱਸਦੇ? ਉਹ ਤੇ ਪਰਦਾ ਕਾਹਨੂੰ ਪਾਇਆ? 1.25 ਲੱਖ ਕਰੋੜ ਡਾਲਰ ਦਾ ਬਿਜ਼ਨਸ ਬਣਾਇਆ ਹੋਇਆ ਹੈ ਕੀਮੋਥੈਰੇਪੀ ਦਾ। ਬੰਦਾ ਇੱਕ ਠੀਕ ਨਹੀਂ ਹੁੰਦਾ, ਉਹ ਕੈਂਸਰ ਨਾਲ ਹੀ ਮਰਦਾ ਜਿਹਦੀ ਕੀਮੋਥੈਰੇਪੀ ਹੁੰਦੀ ਹੈ, ਕਿਉਂ ਕੈਂਸਰ ਤੋਂ ਵੀ ਵੱਡਾ ਖਤਰਾ ਹੈਗਾ ਹੈ, ਜ਼ਹਿਰ ਹੈਗਾ ਹੈ ਕੀਮੋਥੈਰੇਪੀ। ਰੇਡੀਏਸ਼ਨ ਕੋਈ ਇਲਾਜ ਨਹੀਂ ਹੈਗਾ, ਸਾਰਿਆਂ ਨੂੰ ਪਤਾ ਹੈ, ਡਾਕਟਰਸ ਨੂੰ ਪਤਾ ਹੈ, ਫਿਰ ਵੀ ਤੁਹਾਡੀ ਕੀਮੋਥੈਰੇਪੀ ਹੋ ਰਹੀ ਹੈ ਪੈਸੇ ਲਈ। ਤੇ ਕਿੰਨੇ ਕੁ ਰਿਲਾਇਬਲ ਹੈਗੇ ਨੇ ਸਾਡੇ ਡਾਕਟਰ? ਸਾਰੇ ਇੱਕ ਜਿਹੇ ਨਹੀਂ, ਮੈਂ ਫਿਰ ਕਹਿ ਦਿੰਦਾ। ਇੱਕ ਐਗਜ਼ਾਮਪਲ ਮੈਡੀਕਲ ਸਕੈਮ ਦਾ। ਦੂਜੀ ਗੱਲ, ਤੁਸੀਂ 93, 95, 97 ਦਾ ਡਾਕੂਮੈਂਟ ਚੁੱਕ ਕੇ ਦੇਖ ਲਓ, ਤੁਹਾਡਾ ਸ਼ੂਗਰ ਲੈਵਲ ਹੈਗਾ ਸੀ 160। ਇਹ ਕਿਹੜਾ ਰਿਸਰਚ ਪੇਪਰ ਹੈ? ਮੈਨੂੰ ਇੱਕ ਰਿਸਰਚ ਪੇਪਰ ਲਿਆ ਕੇ ਦਿਓ ਜਿਹੜਾ ਦੱਸਦਾ ਹੋਏ ਕਿ 120 ਤੇ 100 ਦੇ ਉੱਪਰ ਜਿਹੜੇ ਤੁਹਾਨੂੰ ਸ਼ੂਗਰ ਡਾਇਬੀਟੀਜ਼ ਦਾ ਖਤਰਾ ਹੈਗਾ ਹੈ। ਹੁਣੇ ਕੁਝ ਦਿਨ ਪਹਿਲਾਂ ਤੇ ਮੈਂ ਸੁਣਿਆ 100 ਦੇ ਉੱਪਰ ਸ਼ੂਗਰ ਦੀ ਦਵਾਈ ਸ਼ੁਰੂ ਕਰਤੀ ਹੈ। ਕਰਤੀ ਨਾ, ਇਹ ਕਨਫਰਮ ਕਰ ਰਹੇ ਨੇ। 120 ਦੇ ਉੱਪਰ ਤੇ ਕਰ ਹੀ ਰਹੇ ਸੀ। ਤੇ ਤੁਹਾਨੂੰ ਪਤਾ ਹੈ ਡਾਇਬੀਟੀਜ਼ ਦੀ ਜਿਹਦੀ ਦਵਾਈ ਸ਼ੁਰੂ ਹੋ ਗਈ ਤਾਂ ਬ੍ਰੇਨ, ਬਾਡੀ, ਸਾਰਾ ਸਿਸਟਮ, ਹਾਰਟ, ਕਿਡਨੀ, ਲੀਵਰ ਡੈਮੇਜ ਹੋਣੇ ਹੀ ਹੋਣੇ ਹੈ। ਇਹ ਤੁਸੀਂ ਦੱਸੋ ਸਕੈਮ ਹੈਗਾ ਹੈ ਕਿ ਨਹੀਂ ਹੈਗਾ? ਥਾਇਰਾਇਡ ਦੇ ਤੁਹਾਡਾ ਪੈਰਾਮੀਟਰ ਉਹ ਚੇਂਜ ਕਰਤਾ, ਬਲੱਡ ਪ੍ਰੈਸ਼ਰ ਦਾ ਤੁਹਾਡਾ ਪੈਰਾਮੀਟਰ ਚੇਂਜ ਕਰਤਾ, ਸਾਰੇ ਪੈਰਾਮੀਟਰ ਬਦਲਤੇ। ਉਹਦੇ ਤੇ ਰਿਸਰਚ ਪੇਪਰ ਨਹੀਂ ਹੈਗਾ। ਡਰੱਗ ਕੰਪਨੀ ਜਿੱਦਾਂ ਤੁਸੀਂ ਆਏ ਬੈਠਿਆ ਦਾ ਬੈਠਦੇ ਹੈ, ਬੈਠ ਕੇ ਪ੍ਰਸਤਾਵ ਪਾਸ ਹੁੰਦਾ ਹੈ ਕਿ ਅੱਜ ਤੋਂ ਇਹ ਪੈਰਾਮੀਟਰ ਹੋਏਗਾ। ਤੁਸੀਂ ਦੱਸੋ ਸਕੈਮ ਹੈਗਾ ਹੈ ਕਿ ਨਹੀਂ ਹੈਗਾ? ਯਾਨੀ ਲੋਕਾਂ ਨੂੰ ਅਰਬਾਂ ਰੁਪਏ ਦੀ ਦਵਾਈ ਖਾ ਕੇ ਪੈਸਾ ਕਮਾਉਣ ਲਈ ਬੰਦਿਆਂ ਨੂੰ ਤੁਸੀਂ ਮਰਵਾ ਰਹੇ ਹੋ, ਕਰੋੜਾਂ ਰੁਪਏ ਬਰਬਾਦ ਕਰ ਰਹੇ ਹੋ। ਸਾਡੇ ਦੇਸ਼ 'ਚ ਲੱਖਾਂ ਬੰਦੇ ਦਵਾਈ ਕਰਕੇ, ਮੁਕੱਦਮੇ ਤੇ ਦਵਾਈ, ਲੱਖਾਂ ਬੰਦੇ ਗਰੀਬ ਹੋ ਜਾਂਦੇ ਨੇ, ਜ਼ਮੀਨਾਂ ਵਿਕ ਜਾਂਦੀ ਹੈ ਟ੍ਰੀਟਮੈਂਟ ਕਰਕੇ, ਇਲਾਜ ਕਰਕੇ, ਦਵਾਈਆਂ ਕਰਕੇ। ਇੱਕ ਤੇ ਮਹਿੰਗਾ ਇਲਾਜ, ਫਿਰ ਹੈਲਥ ਨਹੀਂ ਮਿਲਣੀ। ਮਰੀਜ਼ ਲੈ ਕੇ ਜਾਂਦੇ ਹਾਂ ਹਸਪੀਟਲ ਕੈਂਸਰ ਦਾ 10, 20, 25 ਲੱਖ ਕਰਕੇ ਉਹਦੀ ਲਾਸ਼ ਲੈ ਕੇ ਆਉਂਦੇ ਹਾਂ ਅਸੀਂ। ਇਹ ਕੀ ਹੋ ਰਿਹਾ ਹੈ ਜੀ? ਤੇ ਕੁੱਲ ਮਿਲਾ ਕੇ ਦਿਸ ਇਜ਼ ਅ ਬਿਗ ਸਕੈਮ। ਇਹ ਰੁਕਣਾ ਚਾਹੀਦਾ ਹੈ। ਅਸੀਂ ਜਾਗਾਂਗੇ ਫਿਰ ਠੀਕ ਹੋਣਾ ਹੈ। ਉਹ ਸਾਰੇ ਇਹਦੇ 'ਚ ਤੁਹਾਨੂੰ ਕਿੱਦਾਂ ਬਿਮਾਰ ਕਰਨਾ ਹੈ, ਦੂਜੀ ਪੁਆਇੰਟ ਹੈਗਾ, ਉਹ ਸਾਰੀ ਡਿਟੇਲ ਇਹਦੇ ਦਿੱਤੀ ਹੋਈ, ਤੁਹਾਨੂੰ ਕਿੱਦਾਂ ਬਿਮਾਰ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਸਰ ਇਹਦੀ ਜਿਹੜੀ ਤੁਸੀਂ ਰੋਕਥਾਮ ਹੈ ਉਹ ਤੁਸੀਂ ਕਿਸ ਤਰ੍ਹਾਂ ਕਰੋਗੇ? ਅਸੀਂ, ਸਾਡੇ ਕੋਲ ਇੱਕੋ ਤਰੀਕਾ ਹੈ। ਮੋਦੀ ਜੀ ਕੋਲ ਸਾਡੀ ਅਪਰੋਚ ਨਹੀਂ ਹੈਗੀ। ਮੈਂ ਤੇ ਇਹ ਸੋਚ ਕੇ ਘਰੋਂ ਨਿਕਲਿਆ ਕਿ ਕਰੋੜਾਂ ਲੋਕਾਂ ਨੂੰ ਜਗਾਵਾਂਗੇ, ਜਨਤਾ ਜਾਗੇਗੀ ਤੇ ਕਿਹੜੇ ਬੰਦੇ ਦੀ ਹਿੰਮਤ ਹੈ ਜਿਹੜੀ ਉਹ ਨਹੀਂ ਕਰੇਗਾ। ਮੈਂ ਸੁਣਿਆ ਹੈ, ਮੈਂ ਪਲਾਂਟਸ ਦੇ ਬਾਰੇ 'ਚ, ਐਗਜ਼ੋਟਿਕ ਪਲਾਂਟ ਦੇ ਬਾਰੇ 'ਚ ਪਿਛਲੇ 12-15 ਸਾਲ ਤੋਂ ਦੱਸ ਰਿਹਾ। ਇਹ ਸਾਰੇ ਐਗਜ਼ੋਟਿਕ ਪਲਾਂਟ ਅਸਲ 'ਚ ਐਗਜ਼ੋਟਿਕ ਨਹੀਂ ਹੈਗੇ, ਜੈਨੇਟਿਕਲੀ ਮੋਡੀਫਾਈਡ ਨੇ। ਇਹਨਾਂ ਦਾ ਹਵਾ, ਪਾਣੀ ਸਾਰਾ ਜ਼ਹਿਰੀਲਾ ਬਣ ਜਾਂਦਾ ਹੈ, ਬੰਦੇ ਨੂੰ ਡਿਪਰੈਸ਼ਨ ਹੁੰਦਾ ਹੈ, ਸਾਰੇ ਲੜਾਈਆਂ ਹੁੰਦੀਆਂ ਘਰਾਂ 'ਚ। 15 ਸਾਲ ਤੋਂ ਜਿਹੜੇ ਲੋਕ ਮੈਡੀਸਨ ਖਾ ਰਹੇ, ਸ਼ੂਗਰ, ਬੀਪੀ ਦੀ, ਸਰਦੀ, ਉਹ ਕਿਸ ਤਰ੍ਹਾਂ ਮਤਲਬ ਵਿਸ਼ਵਾਸ ਕਰਨਗੇ ਕਿ ਇਹ ਚੀਜ਼ਾਂ ਸਾਰੀਆਂ? ਮੈਂ ਦੱਸਣਾ ਜੀ, ਤੁਹਾਡਾ ਸਵਾਲ ਜਾਇਜ਼ ਹੈ। ਮੈਨੂੰ ਲੈਟ ਮੀ ਕੰਪਲੀਟ, ਮੈਨੂੰ ਸਟੇਟਮੈਂਟ ਪੂਰੀ ਕਰਨ ਦਿਓ ਆਪਣਾ। ਅਸੀਂ ਉਹ ਪਲਾਂਟ ਜਿਹੜੇ ਪ੍ਰਚਾਰ ਸ਼ੁਰੂ ਕਰਤਾ, ਮੇਰਾ ਸਰਕਾਰ ਤੇ ਵਸ ਨਹੀਂ ਚੱਲਦਾ। ਮੈਨੂੰ ਹੁਣੇ ਫੋਨ ਆਇਆ ਹੈ, ਉਹਨਾਂ ਨੇ ਕਿਹਾ ਜੀ ਸਾਨੂੰ ਕਨਫਰਮ ਕਰੋ ਕਿ ਇਹਨਾਂ ਪਲਾਂਟ ਦੇ ਉੱਤੇ ਸਰਕਾਰ ਨੇ ਬੈਨ ਲਾਤਾ ਹੈ। ਇੱਕ ਫੋਰੈਸਟ ਆਫਿਸਰ ਨੇ ਮੈਨੂੰ ਦੱਸਿਆ ਜਿੰਨੇ ਵੀ ਐਗਜ਼ੋਟਿਕ ਪਲਾਂਟ ਹੈ ਉਹਨਾਂ ਦੇ ਲਾਣ ਦੇ ਉੱਤੇ, ਪਲਾਂਟੇਸ਼ਨ ਦੇ ਉੱਪਰ, ਚੀੜ ਵਗੈਰਾ ਜਿਹੜੇ ਵੀ ਹੈਗੇ ਸਾਰਿਆਂ 'ਤੇ ਬੈਨ ਲੱਗਿਆ, ਐਲਸਟੈਨੀਆ ਵਗੈਰਾ 'ਤੇ। ਆਪਾਂ ਕਰੋੜੇ ਬੂਟੇ ਲਾਤੇ ਆਪਣੇ ਬਿਮਾਰ ਬਣਾਉਣ ਲਈ, ਇਸ ਸਰਕਾਰ ਨੇ ਬੈਨ ਲਾਇਆ। ਇੱਦਾਂ ਹੀ ਮੈਂ ਕਹਿੰਦਾ ਆਪਾਂ ਇਹ ਪ੍ਰਚਾਰ ਕਰਾਂਗੇ, ਤੁਹਾਡੀ ਮਦਦ ਨਾਲ ਪ੍ਰਚਾਰ ਕਰਾਂਗੇ, ਲੋਕੀ ਜਾਗਣਗੇ, ਅਲਟਰਨੇਟਿਵ ਲੱਭਣਗੇ ਬਿਮਾਰੀ ਦੇ, ਕਿਹੜੇ ਇਲਾਜ ਹੋਰ ਹੈਗੇ ਨੇ। ਕਿਹੜਾ ਔਖਾ ਹੈ? ਤੁਸੀਂ ਬੀਪੀ ਦੀ ਗੱਲ ਕਰਦੇ ਹੋ, ਮੈਂ ਬੀਪੀ ਦਾ ਤੁਹਾਨੂੰ ਦੱਸ ਦੇਣਾ, ਸ਼ੂਗਰ ਦਾ ਦੱਸ ਦੇਣਾ, ਤੁਹਾਨੂੰ ਮਿਰਕਲ ਦੱਸ ਰਿਹਾ। ਵਸਾ ਨਾ ਕਰਿਓ, ਕੋਈ ਲੋੜ ਨਹੀਂ ਕਰਨ ਦੀ। ਅਜਮਾ ਲਾਓ, ਦੇਸੀ ਗਾਂ ਦਾ ਗੋਬਰ ਲਿਆਓ,
ਉਹਦੇ ਥੋੜੀ ਜਿਹੀ 1-2 ਦਵਾਈਆਂ ਪਾਈ ਦਿਓ, ਤੁਸੀਂ ਦਵਾਈਆਂ ਨਾ ਪਾਓ, ਐਦਾਂ ਹੀ ਗੋਂਦ ਪਾ ਕੇ ਲਿਪ ਦਿਓ ਕਿਸੇ ਬੋਰੀ ਦੇ ਉੱਪਰ, ਟੁਕੜੇ ਦੇ ਉੱਪਰ, ਉਹਦੇ ਉੱਪਰ ਪੈਰ ਰੱਖ ਕੇ ਬੈਠੋ। 1.5 ਘੰਟੇ ਬਾਅਦ ਤੁਸੀਂ ਆਪਣੀ ਜਾਂਚ ਕਰ ਲਓ। ਜੇ ਤੁਹਾਡਾ BP ਤੇ ਸ਼ੂਗਰ ਲੈਵਲ ਨਾਰਮਲ ਨਾ ਹੋਏ ਤੇ ਮੈਨੂੰ ਫਾਰੂਕੀ ਜੀ ਨੂੰ ਕਹਿਣਾ, ਇਹ ਫालतू ਬੰਦਿਆਂ ਨੂੰ ਨਹੀਂ ਦੁਬਾਰਾ ਬੁਲਾਉਣਾ। ਜੇ ਤੁਸੀਂ ਠੀਕ ਹੋ ਜਾਓਗੇ, 100 ਤੋਂ 90 ਬੰਦੇ ਠੀਕ ਹੋਣਗੇ ਇੱਕ ਦਿਨ 'ਚ। ਕੋਈ ਔਖਾ ਹੈ? ਤੁਸੀਂ ਜ਼ਿੰਦਗੀ ਭਰ ਡਾਇਬੀਟੀਜ਼ ਦੀ ਦਵਾਈ ਖਾ ਰਹੇ ਹੋ। ਸਾਨੂੰ ਦੱਸਿਆ ਜਾ ਰਿਹਾ ਹੈ ਹਿੰਦੁਸਤਾਨ ਰਾਜਧਾਨੀ बनने वाला है डायबिटीज़ की। ਉਹ ਭਾਈ ਅਭੀ ਤਾਂ ਦੱਸੋ ਕਿਉਂ ਬਣ ਰਿਹਾ ਹੈ? ਤੁਸੀਂ ਬਣਾਉਣ 'ਚ ਲੱਗੇ ਹੋਏ ਹੋ। ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ। ਇਹ ਤਾਂ ਹੋ ਗਿਆ ਸਕੈਮ ਦੀ ਗੱਲ। ਦੂਜੀ ਜਿਹੜੀ ਹੈ, ਅਸੀਂ ਜਿਹੜਾ ਹੈ ਦਸਤਾਵੇਜ਼ ਤੇ ਤਿਆਰ ਕਰਤਾ ਹੈ। 5 ਵਾਰ ਇਹ ਕਿਤਾਬ ਛਪ ਲਈ ਹੈ, 4 ਵਾਰ ਹਿੰਦੀ 'ਚ, 5ਵੀਂ ਵਾਰ ਪੰਜਾਬੀ 'ਚ। ਸਾਡੇ ਮਿੱਤਰਾਂ ਨੇ ਉਸਨੂੰ ਟਰਾਂਸਲੇਟ ਕਰਤਾ ਹੈ। ਟ੍ਰਿਬਿਊਨ ਦੀ ਟੀਮ ਨੇ ਬੜੀ ਮਿਹਨਤ ਕੀਤੀ ਹੈ, ਪਰਮਿਸ਼ਨ ਲੈ ਕੇ ਉਹਨਾਂ ਨੇ ਪੰਜਾਬੀ ਟਰਾਂਸਲੇਟ ਕਰਤਾ ਹੈ, ਛਪ ਗਈ ਹੈ ਪੰਜਾਬ ਦੇ ਲੋਕਾਂ ਲਈ, ਸਾਰਿਆਂ ਤੱਕ ਤੁਹਾਡੇ ਪਹੁੰਚੇ। ਇਹ ਤੇ ਡਾਕੂਮੈਂਟ ਬਣ ਗਿਆ ਇੱਕ, ਹੈ ਨਹੀਂ, ਦਸਤਾਵੇਜ਼ ਬਣ ਗਿਆ। ਇਹਦੇ ਤੁਸੀਂ ਪੜ੍ਹੋ ਤੇ ਇਹਦੇ 'ਚ ਐਵੀਡੈਂਸ ਪ੍ਰੂਫ ਤੁਹਾਨੂੰ ਸਾਰੇ ਮਿਲਣਗੇ। 1 ਜਾਂ 2 ਚੀਜ਼ਾਂ ਦੇ ਨਹੀਂ ਮਿਲਣਗੇ, ਬਾਕੀ ਸਾਰੇ ਮਿਲ ਜਾਣਗੇ। ਉਹ ਤੁਸੀਂ अपने विश्वास लिए और डॉक्यूमेंट्स को पढ़ सकते हो। तुसी रेफरेंस मिल जाएंगे, रिसर्च पेपर के रेफरेंस मिल जाएंगे। इस तरह मैं कहना चाहना, इस तो जे बाहर निकलना है तो वो अल्टरनेटिव इन्ना सौखा है मेरे मित्रों। ये बीमारियां जिन्नी औखी बनाई है ना, इनक्योरेबल, जिंदगी पर दवाइयां। मैं कहना जी दवाई का तुम 4 साल खुआते हो, सारी उम्र खुआते हो। असी कहते हैं 40 दवाइयां साढ़े कोल ने, असी हर बीमारी को क्योर करने। कौन? मैं नहीं, साढ़े आयुर्वेद वाले। आयुर्वेद वाले किहड़े? जिहड़े एलोपैथिक दवाइयां दे रहे वो नहीं इलाज कर सकते। जिहड़ा प्योर आयुर्वेद करते हैं वो हर बीमारी का इलाज कर सकते हैं। तो तुसीं उधर हौले हौले उधर वधो, देखो चमत्कार होंदे कि नहीं होंदे। लास्ट गल, तुहाडे सवाल बाद च लै लांगे। अज वर्ल्ड वाटर डे हैगा जी। मैं पानी के उपर कुछ कहना चाहना, ये सब कुछ लिखिया होया है। तुसीं जिहड़ा पानी पी रहे हो, मैं तुहानूं बीमार बनाने दे स्कैम की गल ते आ गया। हुण सारी दुनिया च क्लोरीनेशन ते बैन लगा है। 2-4 देश कर रहे हैं क्लोरीनेशन, बाकी ओजोनाइजेशन कर रहे हैं, होर तरीके अपना रहे हैं। ये क्लोरीनेशन क्यों कर रहे हो भाई? रिसर्च पेपर 1 नहीं 50 मिल जाएंगे, 100 मिल जाएंगे कि क्लोरीनेशन नाल फ्री रेडिकल्स बनते हैं। फ्री रेडिकल का मतलब की है? बंदा जल्दी जल्दी बुढ़ा होके राम नाम सत, चोरियां छेती पै जानी है। नंबर 2, किडनी डैमेज, लिवर डैमेज, इंटेस्टाइन डैमेज। सारा जिथे जिथे भी पानी जाएगा बॉडी च, वो कितने नहीं जाएगा, हर सैल च जाएगा, वो डैमेज हो जाएंगे। जिन्हां छतां दे उपर, वाटर सप्लाई दे उपर लोहे की छत पई है, हेठां क्लोरीन पानी च पांदे है, वो छतां गल गई लोहे की। तुहाडा शरीर अतड़ियां की लोहे तो ज़्यादा मजबूत ने। वो क्लोरीनेशन हिंदुस्तान च हो रहा, सारे सुत्ते पे है। मैं नहीं कहता सरकार दोषी है, मैं नहीं कहता एडमिनिस्ट्रेटर दोषी है। साइंस सबजैक्ट एडमिनिस्ट्रेटर का नहीं हैगा, मंत्री का नहीं हैगा, ये सबजैक्ट हैगा साइंटिस्ट का। इस देश नाल जिहड़ा धोखा कर रहा है वो तो साइंटिस्ट कर रहा है। भाई तू लाख, 1.5 लाख, 2 लाख पे लैके कर की रहे हैं? ये क्लोरीनेशन दुनिया च बंद हुई है, साढ़े क्यों नहीं बंद हुई? है ना, मैलामाइन बच्चों को किडनियां फेल हो गई, ਲੱਖਾਂ ਬੱਚਿਆਂ ਦੀ। ਤੁਸੀਂ ਹਿੰਦੁਸਤਾਨ 'ਚ ਪ੍ਰਸਤਾਵ ਪਾਸ, ਕਾਨੂੰਨ ਬਣਾਤਾ ਹੈ ਮੈਲਾਮਾਈਨ ਦੇ ਸਕਦੇ ਹੈ ਬੱਚਿਆਂ ਨੂੰ ਉਹਨਾਂ ਦੇ ਫੂਡ ਆਈਟਮ 'ਚ। ਇਹ ਹੋ ਕੀ ਰਿਹਾ? ਤੁਹਾਡਾ ਜਿਹੜਾ ਤੇਲ ਹੈਗਾ ਜੇ ਰਿਫਾਈਨਡ ਆਇਲ ਦੇ ਅੰਦਰ ਕੈਂਸਰ ਹੋਣਾ ਹੀ ਹੋਣਾ ਹੈ। ਬਲੱਡ ਦੀ ਐਸਿਡਿਟੀ ਵੱਧ ਜਾਂਦੀ, ਉਹਦੇ ਨਾਲ ਕੈਂਸਰ ਹੁੰਦਾ ਹੈ। ਇਹ ਹੋ ਕੀ ਰਿਹਾ ਸਾਡੇ ਦੇਸ਼ 'ਚ? ਇਹ ਜਗਾਉਣ ਦਾ ਕੰਮ ਮੈਂ ਤੇ ਨਿਕਲ ਪਿਆ ਜੀ। ਫਾਰੂਕੀ ਜੀ ਮੇਰੀ ਮਦਦ ਬੜੀ ਕਰ ਰਹੇ ਨੇ। 50 ਲੱਖ ਲੋਕਾਂ ਤੱਕ ਇਹਨਾਂ ਨੇ ਮੇਰੀ ਆਵਾਜ਼ ਪਹੁੰਚਾਤੀ ਹੈ। ਤੁਸੀਂ ਵੀ ਮਦਦ ਕਰੋ, ਅਸੀਂ ਵੀ ਬਚ ਜਾਈਏ, ਤੁਸੀਂ ਵੀ ਬਚ ਜਾਓ। ਅਤੇ ਜਿੱਥੇ ਤੱਕ ਵਾਟਰ ਦੀ ਗੱਲ ਹੈ, ਪਿਊਰੀਫਿਕੇਸ਼ਨ ਦੀ ਗੱਲ ਹੈ, ਕੋਈ ਔਖਾ ਕੰਮ ਨਹੀਂ। ਰੁਪਏ ਜੀ ਲਿਆਓ ਜ਼ਰਾ, ਐਨਜ਼ਾਈਮ ਲਿਆਓ। ਤੁਹਾਡੇ ਪਾਣੀ 'ਚ ਜਿਹੜਾ ਮਰਜ਼ੀ ਜ਼ਹਿਰ ਹੋਏ, ਐਨਜ਼ਾਈਮ ਤੁਹਾਨੂੰ ਦੇਣੇ ਆ। ਉਹ ਐਨਜ਼ਾਈਮ ਦੀ 10 ਬੂੰਦਾਂ 1 ਲੀਟਰ 'ਚ ਪਾ ਦਿਓ, ਅੱਧੇ ਘੰਟੇ ਬਾਅਦ ਦੇਖੋ ਉਹਦੇ 'ਚ ਨਾ ਕਲੋਰੀਨ ਹੈਗੀ ਹੈ। ਮੈਂ ਇੱਕ ਬਹੁਤ ਵੱਡੀ ਗੱਲ ਕਰ ਰਿਹਾ, ਉਹਦੇ ਮਰਕਰੀ ਵੀ ਨਹੀਂ ਰਹਿਣਾ, ਆਰਸੈਨਿਕ ਵੀ ਨਹੀਂ ਰਹਿਣਾ। नेचर च जिथे मरकरी पै गया हज़ारों साल च नहीं न्यूट्रलाइज होना। साडा एंजाइम ऐसा मिरक्कल है जिहदे बारे साइंटिस्ट दसदे ही नहीं है। वो पाओ, अद्धे घंटे बाद देखो क्लोरीन तो छड्ड दिओ, कोई कैमिकल नहीं। फिल्टर करने की लोड़ नहीं पैंदी। काहदा फिल्टर जी? जे तुहानूं करना ही है, मान लो फिल्टर चों कढ के मरिया पानी है, उसनों WHO कह रहा है ਤੁਸੀਂ RO ਦਾ ਪਾਣੀ ਪੀਓਗੇ, ਉਹਦੇ ਲਾਈਫ ਨਹੀਂ ਹੈਗੀ। ਉਹਨੂੰ ਪੀ ਕੇ ਤੁਹਾਡੀ ਇਮਿਊਨਿਟੀ ਮੁੱਕ ਜਾਣੀ ਹੈ, ਸਾਡਾ ਸਰੀਰ ਛੇਤੀ ਮੁੱਕ ਜਾਣਾ। ਇਮਿਊਨਿਟੀ ਨਾਲ ਅਸੀਂ ਜਿੰਦਾ ਹੈ ਨਾ। ਇਮਿਊਨਿਟੀ ਪੈਦਾ ਕਰੋ। ਕਿੱਦਾਂ ਪੈਦਾ ਹੋਣਾ ਹੈ? ਅਸੀਂ ਕਰ ਲਿਆ। ਇੰਨਾ ਸੌਖਾ ਹੈ। ਰੱਬ ਦੀ ਮੇਰੇ 'ਤੇ ਬੜੀ ਮਿਹਰ ਹੈ। 71 ਸਾਲ ਦੀ ਉਮਰ 'ਚ ਪਹੁੰਚਦੇ ਇੰਨਾ ਮੈਨੂੰ ਰੱਬ ਨੇ ਦਿੱਤਾ। ਤੁਸੀਂ ਲੈਣ ਵਾਲੇ ਬਣੋ ਅਤੇ ਵੰਡਣ ਵਾਲੇ ਬਣੋ।
ਤੁਹਾਡੇ ਕੋਲ ਵੰਡਣ ਦਾ ਬਹੁਤ ਵੱਡਾ ਮੰਚ ਹੈ। ਕੀ ਕਰਨਾ ਹੈ, ਉਹ ਪਾਣੀ ਚੱਕ ਕੇ ਕਿਸੇ ਚੰਗੇ ਲੋਹਾ, ਪਿੱਤਲ, ਕੱਚ, ਮਿੱਟੀ ਦੇ ਬਰਤਨ 'ਚ, ਸਟੀਲ ਨਹੀਂ ਚੱਲਣਾ, ਪਲਾਸਟਿਕ ਨਹੀਂ ਚੱਲਣਾ, ਲੈ ਕੇ ਧੁੱਪ 'ਚ 1 ਘੰਟਾ ਰੱਖੋ। ਉਹਦੇ ਅੰਦਰ ਮਿਨਰਲ ਪੈਦਾ ਹੋਣਗੇ, ਉਹਦੇ ਅੰਦਰ ਵਿਟਾਮਿਨ ਪੈਦਾ ਹੋਣਗੇ, ਔਰ ਜਿਹੜੀ ਉਹਦੇ 'ਚੋਂ ਬੜੀ ਕੀਮਤੀ ਚੀਜ਼ ਨਿਕਲ ਗਈ એનર્ਜੀ, ਉਹ એનર્ਜੀ ਪੈਦਾ ਹੋ ਜਾਊ, ਉਹ ਪੇਟ 'ਚ, ਢਿੱਡ 'ਚ ਜਾ ਕੇ ਸਾਡੇ ਸਿਸਟਮ ਨੂੰ ਐਕਟੀਵੇਟ ਕਰ ਦਊ। એનર્ਜੀ ਪੈਦਾ ਹੋ ਗਈ ਤੇ ਇਹ ਐਂਜ਼ਾਈਮ 90 ਦਿਨ 'ਚ ਬਣਦਾ। ਇਹਦੀ 10 ਬੂੰਦਾਂ ਪਾਓ, ਜ਼ਹਿਰ ਖਤਮ, ਆਰਾਮ 'ਚ ਬਾਦਸ਼ਾਹ ਨਾਲ ਕੋਲ ਦੇਖ ਲੈਣਾ, ਸੋਰਾਇਸਿਸ ਠੀਕ ਹੋ ਗਏ ਇਹਦੇ ਨਾਲ। ਸਕਿਨ ਤੇ ਲਾਓ, ਸਾਰੇ ਸੋਰਾਇਸਿਸ ਠੀਕ। 4-5 ਲਿਊਕੋਡਰਮਾ ਨਹੀਂ ਹੁੰਦਾ ਫੁੱਲਬੈਰੀ, ਉਹ ਠੀਕ ਹੋ ਗਏ। ਇਸ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਉਹ ਠੀਕ ਹੋ ਗਏ। ਪੱਕਦੀ ਦਾਲ 'ਚ ਪਾ ਦਿਓ, ਤੁਹਾਡੇ ਫਲਾਂ 'ਚ, ਸਬਜ਼ੀਆਂ 'ਚ ਜ਼ਹਿਰ ਪਿਆ ਹੋਇਆ ਹੈ। ਮੈਂ ਹੁਣ ਸੋਲੂਸ਼ਨ ਦੀ ਤਰਫ ਆਇਆ, ਫਾਰੂਕ ਜੀ ਨੇ ਮੈਨੂੰ ਪੁਆਇੰਟ ਨਹੀਂ ਦਿੱਤਾ ਸੀ, ਪਰ ਮੈਂ ਵੀ ਕਵਰ ਕਰ ਲੈਣਾ। ਕੀ ਕਰਨਾ ਹੈ, ਤੁਸੀਂ ਵੀ ਤੇ ਆਖਰ ਬਿਮਾਰ ਪੈ ਰਹੇ ਹੋ, ਤੁਹਾਡੇ ਬੱਚੇ ਵੀ ਬਿਮਾਰ ਪੈ ਰਹੇ ਹੋ। ਸੌਖਾ ਜਿਹਾ ਕੰਮ, ਦਾਲ ਸਬਜ਼ੀ ਇੰਨਾ ਜ਼ਹਿਰ ਪਾਇਆ ਇਹਦੇ 'ਚ, ਉਹ ਚੱਕ ਕੇ ਤੁਸੀਂ ਪਾਣੀ 'ਚ ਪਾਓ, ਡੁੱਬ ਜਾਏ ਇੰਨਾ ਪਾਣੀ ਪਾਓ। ਉਹਦੇ 'ਚ 1 ਲੀਟਰ 'ਚ 3 ਗ੍ਰਾਮ ਤੁਸੀਂ ਮਿੱਠਾ ਸੋਡਾ ਪਾ ਦਿਓ, ਖਾਣ ਦਾ ਸੋਡਾ। ਉਹ ਸੋਡਾ ਪਾ ਦਿਓ, 5 ਘੰਟੇ ਬਾਅਦ ਸਬਜ਼ੀਆਂ ਕੱਢ ਲਓ, ਫਲ ਕੱਢ ਲਓ। ਕੇਲਾ ਪਹਿਲਾਂ ਤੋਂ ਜ਼ਿਆਦਾ ਮਿੱਠਾ ਹੋ ਜਾਊ, ਅੰਬ ਮਿੱਠਾ ਹੋ ਜਾਊ, ਸਬਜ਼ੀ ਦਾ ਸਵਾਦ ਵੱਧ ਜਾਊ। ਕਿਉਂ? ਜ਼ਹਿਰ ਨਿਕਲ ਗਏ। ਮੈਂ ਫਿਰ ਨਿਵੇਦਨ ਕਰਨਾ ਬੜੀ ਉਹਦੇ ਨਾਲ, ਵਿਨਮਰਤਾ ਨਾਲ, ਇੰਨਾ ਸੌਖਾ ਹੈਗਾ ਹੈ ਸਵਸਥ ਹੋਣਾ, ਕੋਈ ਔਖਾ ਨਹੀਂ। ਸਾਡੀ ਗੱਲ ਸੁਣੋ, ਸਮਝੋ, ਤੁਸੀਂ ਸਾਰੇ ਠੀਕ ਹੋ ਜਾਓਗੇ। ਮੇਰੇ ਦੋਸਤ ਕਹਿੰਦੇ ਆ, ਜਦ ਤੋਂ ਤੁਸੀਂ ਸਾਨੂੰ ਮਿਲੇ ਹੋ, ਸਾਡੇ ਘਰ ਤੋਂ ਦਵਾਈ ਤੇ ਡਾਕਟਰ ਬਾਹਰ ਚਲਾ ਗਿਆ ਹੈ। ਉਹ ਮਿੱਤਰ ਦੇ ਰੂਪ ਤੇ ਚਾਹ ਪੀਣ, ਰੋਟੀ ਖਾਣ ਆਏਗਾ, ਦਵਾਈ ਦੇਣ ਨਹੀਂ ਆਉਂਦਾ। ਹੁਣ ਲਾਈਫ ਸਟਾਈਲ ਉਹ ਬਦਲ ਦੇਣਾ ਹੈ। ਇੰਨਾ ਹੀ ਨਿਵੇਦਨ ਹੈ ਜੀ। ਤੁਹਾਡਾ ਕੋਈ ਸਵਾਲ ਹੋਏ, ਮੈਨੂੰ ਲੱਗਦਾ ਹੈ ਮੈਂ ਤੇ ਜਿੰਨੀ ਸੰਖੇਪ 'ਚ ਆਪਣੀ ਗੱਲ ਕਹਿਣੀ ਸੀ ਉਹ ਕਹਿਤੀ ਹੈ। ਤੁਹਾਡੇ ਲਈ ਇੱਕ ਕਿਤਾਬ ਹੈਗੀ ਹੈ, ਗਿਫਟ ਹੈਗੀ ਹੈ ਤੁਹਾਡੇ ਲਈ, ਇਹ ਪੜ੍ਹੋ ਤੇ ਜੋ ਸਮਝ ਆਏ ਅੱਗੇ ਫੈਲਾਓ, ਆਪਣੇ ਘਰ 'ਚ ਬਦਲੋ, ਤੁਹਾਡੇ ਘਰ 'ਚੋਂ ਦਵਾਈ ਤੇ ਬਿਮਾਰੀ ਬਾਹਰ ਹੋ। ਐਨੀ ਅੱਗੇ ਤੁਹਾਡਾ ਕੋਈ ਸਵਾਲ ਹੋਏ ਤਾਂ ਦੱਸੋ। ਤੁਸੀਂ ਜਿਹੜੇ ਉਪਾਅ ਦੱਸੇ ਉਹ ਕਿਤਾਬ 'ਚ ਲਿਖੇ? ਇਹਦੇ 'ਚ ਕਰੀਬ ਜਿੰਨਾ ਮੈਂ ਦੱਸਿਆ ਉਹਦੇ 'ਚ 90% ਹੈਗਾ ਹੈ। ਉਹ ਨਈ ਰਿਸਰਚ ਹੋਈ ਜਾਂਦੀ ਹੈ, ਜੁੜੀ ਜਾਂਦਾ ਹੈ, ਉਹ ਅਗਲਾ ਪਾਰਟ ਹੋਰ ਆ ਜਾਏਗਾ। ਕੋਰੋਨਾ ਦੇ ਬਾਰੇ 'ਚ ਬਹੁਤ ਕੁਛ ਹੈਗਾ ਹੈ। ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਪੰਜਾਬ 'ਚ, ਕੀ ਦੇਖ ਕੇ, ਇੱਥੇ ਉਹ ਕੈਂਸਰ ਕਰਨ ਦਾ, ਲੰਗ ਕੈਂਸਰ ਵਾਲਾ ਪਰਦਾ ਨਹੀਂ ਲਾਇਆ ਹੋਇਆ। ਸਰ, ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਇਸ ਟਾਈਮ ਦੇ ਵਿੱਚ ਹੈਗੀ ਉਹ ਖਾਣ ਪੀਣ ਹੈ ਜੀ। ਫਾਸਟ ਫੂਡ ਔਰ ਬਹੁਤ ਜੰਕ ਫੂਡ ਜਿਹੜਾ ਅੱਜ ਕੱਲ੍ਹ ਦੇ ਨੌਜਵਾਨ ਖਾਂਦੇ ਆ, ਕੀ ਲੱਗਦਾ ਹੈ ਅੱਗੇ ਵਾਲੇ ਟਾਈਮ ਦੇ ਵਿੱਚ ਕੀ ਹੋਣਾ? ਇਹਦੇ ਜਿਹੜੇ ਕੈਮੀਕਲ ਪਏ ਆ, ਪਹਿਲੀ ਗੱਲ ਤੇ ਬੜਾ ਸੋਹਣਾ ਸਵਾਲ ਤੁਸੀਂ ਕਰਦੇ ਹੋ। ਇਹ ਮਰਿਆ ਹੋਇਆ ਅਨਾਜ ਹੈ, ਪੇਟ 'ਚ ਜਾ ਕੇ ਪੈਕਡ ਫੂਡ ਜਿਹੜਾ ਅੱਗੇ ਨਹੀਂ ਚੱਲਦਾ, ਪੈਲਿਸਟੈਲਿਕ ਮੂਵਮੈਂਟ ਦਾ ਪਾਰਟ ਨਹੀਂ ਬਣਦਾ, ਉਹ ਮਲ ਬਣ ਕੇ ਬਾਹਰ ਨਹੀਂ ਨਿਕਲਣਾ, ਉੱਥੇ ਜੰਮ ਜਾਣਾ ਹੈ, ਸੜ ਜਾਣਾ ਹੈ। ਦਵਾਈ ਖਾ ਕੇ ਪੇਟ ਸਾਫ਼ ਹੋਣਾ ਹੈ, ਪਹਿਲੀ ਗੱਲ। ਨੰਬਰ 2, ਮੇਰੀ ਇਨਫੋਰਮੇਸ਼ਨ ਹੈ ਉਹਦੇ 'ਚ ਸੈਕਸ ਹਾਰਮੋਨ ਪਾਏ ਹੋਏ ਹੈ, ਜਿਹਦੇ ਨਾਲ ਤੁਹਾਡਾ ਇੰਨਾ ਡਿਜ਼ਾਇਰ ਵੱਧ ਜਾਏ। 8 ਸਾਲ ਦੀ, 9 ਸਾਲ ਦੀ ਕੁੜੀ ਨੂੰ ਮਾਸਿਕ ਧਰਮ ਹੋ ਜਾਏ, ਉਹਦੀ ਛਾਤੀ ਵੱਧ ਜਾਏ, ਬ੍ਰੈਸਟ ਬਣ ਜਾਏ, ਤੇ ਛੋਟੇ ਛੋਟੇ ਬੱਚੇ ਜਿਹੜੇ 18 ਸਾਲ 'ਚ ਉਹਨਾਂ ਨੂੰ ਵਿਆਹ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ, ਉਹ 8 ਸਾਲ 'ਚ ਹੋ ਜਾਏ। ਤੁਹਾਡੀ ਪੂਰੀ ਜਨਰੇਸ਼ਨ ਨੂੰ ਬਰਬਾਦ ਕਰਨ ਦਾ ਕਾਰਿਕ੍ਰਮ ਚੱਲ ਰਿਹਾ ਹੈ। ਸਰ, ਇੱਕ ਮੋਟਾਪਾਪਨ ਤੇ ਕਹਿੰਦਾ ਗੋਡਿਆਂ ਦਾ ਜਿਹੜਾ ਆਮ ਕਰਕੇ ਨਾਰਮਲ ਦੇਖਿਆ ਜਾਂਦਾ, ਉਹ ਅਸੀਂ ਸਿਖਾ ਦਿੰਦੇ ਹਾਂ। ਉਹਦੇ ਲਈ ਆਪਾਂ ਕੀ ਕਰਨੇ ਆ, ਮੈਂ ਕਹਿੰਦਾ ਕੈਂਪ ਲਾਓ, ਖਰਚਾ ਦਿਓ, ਅਸੀਂ ਆ ਕੇ ਸਾਰਿਆਂ ਨੂੰ ਇਲਾਜ ਨਹੀਂ ਕਰਾਂਗੇ, ਟ੍ਰੇਨਿੰਗ ਦੇ ਦਿਆਂਗੇ ਤੁਸੀਂ ਕਿੱਦਾਂ ਇਲਾਜ ਕਰਨਾ ਹੈ ਸਾਰੀ ਬਿਮਾਰੀਆਂ ਦਾ। ਜੇ ਗੁਰਦੁਆਰੇ ਮੰਦਿਰ ਵਾਲੋਂ ਕੈਂਪ ਲਾਓਗੇ, ਅਸੀਂ ਖਰਚਾ ਵੀ ਨਹੀਂ ਲੈਣਾ ਤੁਹਾਤੋਂ। ਤੁਸੀਂ ਕੈਂਪ ਲਾਓ, ਫਾਰੂਕੀ ਜੀ ਨੇ ਠੇਕਾ ਲਿੱਤਾ ਹੈ ਕੈਂਪ ਲਾਉਣ ਦਾ, ਇਹਨਾਂ ਨੂੰ ਪੜ੍ਹ ਲਓ ਤੇ ਲਵਾਈ ਜਾਣਗੇ। ਹਰ ਸ਼ਹਿਰ ਦੇ ਵਿੱਚ ਜਿਹੜੀ ਡੀਸੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹ ਕੈਂਪ ਲਗਾਓ ਅਲੱਗ-ਅਲੱਗ ਸ਼ਹਿਰਾਂ 'ਚ। ਮੈਂ ਆਉਣ ਲਈ ਤਿਆਰ ਹਾਂ, ਕੈਂਪ ਤੁਸੀਂ ਆਰਗੇਨਾਈਜ਼ ਕਰੋ। ਸਰ, ਕੰਟੈਕਟ ਨੰਬਰ ਕੀ ਹੈ ਤੁਹਾਡਾ ਜੇ ਤੁਹਾਨੂੰ ਕੈਂਪ ਲਗਾਉਣਾ? 98 173 12 121 ਰੁਪੇਸ਼ ਜੀ ਦਾ ਨੰਬਰ ਹੈ। ਤੁਹਾਨੂੰ ਪੂਰਾ ਟਾਈਮ ਟੂ ਦੇ ਦੇਣਗੇ ਜੋ ਵੀ ਹੈਗਾ। ਇਹ ਕਿਤਾਬ ਦੇ ਵਿੱਚ ਮੈਂਸ਼ਨ ਹੈ ਜੀ ਨੰਬਰ ਤੁਹਾਡਾ? ਮੇਰਾ ਨੰਬਰ ਤੁਸੀਂ ਇਹਨਾਂ ਦੇ ਨੰਬਰ ਤੇ ਕਰੋ, ਇਹਦਾ ਜਵਾਬ ਜ਼ਰੂਰ ਮਿਲੇਗਾ। ਫਿਰ 98 173 12 121 ਰੁਪੇਸ਼ ਜੀ। ਇਹ ਕਿਤਾਬ के लिए ਹੋਰ ਕੋਈ ਸਵਾਲ ਹੋਏ ਤੇ ਦੱਸੋ ਜੀ। ਸਰ, ਇੱਥੇ ਜਿੰਨੇ ਵੀ ਕਹਿੰਦਾ ਕਣਕ ਜਾਂ ਵੀ ਕਹਿੰਦਾ ਝੋਨਾ ਜਾਂ ਉਗਦੇ ਨੇ, ਉਹਨਾਂ 'ਤੇ ਸਪਰੇਅ ਬਹੁਤ ਜ਼ਿਆਦਾ ਹੁੰਦੀ ਹੈ। ਇਹ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੇ ਵਿੱਚ ਵੀ ਰੋਕ ਲਾਉਣੀ ਚਾਹੀਦੀ ਹੈ। ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਇਹ ਡਿਪਾਰਟਮੈਂਟ ਮੇਰਾ ਨਹੀਂ ਹੈ ਸਲਾਹ ਦੇਣ ਦਾ, ਹੈ ਨਾ। ਔਰ ਦੇ ਵੀ ਦਿਆਂਗਾ ਸਲਾਹ ਸੁਣਨੀ ਕਿਨੇ ਹੈ, ਮੈਂ ਤੇ ਕੰਮ ਕਰਨ ਲਈ ਨਿਕਲ ਪਿਆ। ਨਹੀਂ, ਇਹਦੀ ਨੌਲੇਜ ਐਕਸ਼ਨ ਕਿਸਾਨ ਨੂੰ ਨਹੀਂ ਹੋਣੀ ਚਾਹੀਦੀ ਜੀ। ਕਿਸਾਨ ਬੰਦੇ ਆਪਾਂ ਜੈਵਿਕ ਖੇਤੀ ਸਿਖਾ ਰਹੇ ਹਾਂ ਜੀ, ਗਰੰਟੀ ਦਿੰਦੇ ਆ ਤੁਹਾਡੀ ਕ੍ਰੌਪ ਡਬਲ ਹੋਊ। ਖਰਚਾ ਤੁਹਾਡਾ 1 ਏਕੜ ਤੇ 20,000 ਨਹੀਂ ਲੱਗੇਗਾ, 1,000 ਲੱਗੇਗਾ, 2,000 ਲੱਗੇਗਾ। ਮੈਂ ਨਹੀਂ ਉਹ ਦਵਾਈਆਂ ਦੇਣੀ, ਕਿਸਾਨ ਦੇ ਹੱਥੋਂ ਬਣਵਾਵਾਂਗਾ। ਕੈਂਪ ਲਵਾਓ, ਆਪਾਂ ਸਿਖਾਉਂਦੇ ਹਾਂ, ਗਰੰਟੀ ਨਾਲ ਡਬਲ ਕ੍ਰੌਪ ਕਰਾਂਗੇ। ਕਿਸਾਨ ਦੀ ਪ੍ਰੋਬਲਮ ਕੀ ਹੋ, ਕਹਿੰਦਾ ਮੈਂ ਭੁੱਖਾ ਨਾ ਮਰ ਜਾਵਾਂ,
ਅਸੀਂ ਕਰਾਵਾਂਗੇ ਨਾ। ਤੇ ਤੁਸੀਂ ਅਸੀਂ ਸਾਰੀ ਡਾਇਮੈਂਸ਼ਨ ਕਵਰ ਕੀਤੀ ਹੈ, ਫਿਰ ਘਰੋਂ ਬਾਹਰ ਨਿਕਲੇ ਹਾਂ। ਯੂਨੀਵਰਸਿਟੀਆਂ ਹੈਗੀਆਂ ਨੇ ਅਲੱਗ-ਅਲੱਗ ਜਿਹੜੀਆਂ, ਉਹਨਾਂ ਨੂੰ ਮਿਲੋ ਤੁਸੀਂ, ਉਹਨਾਂ ਨੂੰ ਤੁਸੀਂ ਮੇਰੀ ਸਿਫਾਰਿਸ਼ ਕਰੋ। ਮੇਰੀ ਕੌਣ ਸੁਣਦਾ ਯੂਨੀਵਰਸਿਟੀ? ਕੋਈ 4-5 ਵਾਈਸ ਚਾਂਸਲਰ ਜਿਹੜੀ ਮੇਰੀ ਗੱਲ ਸੁਣਦੇ, ਬਾਕੀ ਕੋਈ ਨਹੀਂ ਸੁਣਦਾ। ਸਰ ਕਹਿੰਦੇ ਜੇ ਆਪਾਂ ਟ੍ਰੀ ਪਲਾਂਟ ਲਾਉਣਾ ਚਾਹੀਏ ਆਮ ਘਰਾਂ ਦੇ ਵਿੱਚ, ਜਦ ਥੋੜੀ ਬਹੁਤੀ ਜਗ੍ਹਾ ਹੈਗੀ ਆ ਤਾਂ ਉਹ ਕਿਹੜਾ ਲਾਉਣਾ ਚਾਹੀਦਾ? ਫਿਰ ਦੱਸੋ। ਇੱਕ ਪੌਦਾ ਲਾਉਣਾ ਚਾਹੀਏ ਆਪਾਂ ਨੂੰ? ਆਪਾਂ ਐਗਜ਼ੋਟਿਕ ਜਿਹਦੇ ਨਾਲ ਲੱਗ ਗਿਆ ਨਾ ਸ਼ਬਦ, ਉਹ ਬੂਟਾ ਨਹੀਂ ਲਾਣਾ। ਐਰਿਕਾ ਪਾਮ ਦੇ ਬਾਰੇ ਚ 4 ਵਾਰ 5 ਵਾਰ ਨਿਊਜ਼ ਛਪ ਗਈ ਕਿ ਆਕਸੀਜਨ ਪੈਦਾ ਕਰਦਾ ਹੈ। ਝੂਠ ਬੋਲਦੇ ਹੈ, ਬਿਲਕੁਲ ਝੂਠ ਬੋਲਦੇ ਹੈ। ਉਹ ਲਾਣ ਨਾਲ ਡਿਪਰੈਸ਼ਨ ਹੁੰਦਾ ਹੈ ਘਰ 'ਚ, ਆਕਸੀਜਨ ਨਹੀਂ ਪੈਦਾ ਕਰਦਾ ਉਹ। ਤੁਹਾਡਾ ਇੱਕ ਹੀ ਪਲਾਂਟ ਹੈ ਜਿਹੜਾ ਠੀਕ ਹੈਗਾ, ਮੈਨੂੰ ਅੱਜ ਤੱਕ ਮਿਲਿਆ ਹੈ, ਬੰਗਾਲ ਤੋਂ ਲੈ ਕੇ, ਵੈਸਟ ਬੰਗਾਲ ਤੋਂ ਲੈ ਕੇ ਹਿਮਾਚਲ ਤੱਕ, ਉਹਦਾ ਨਾਂ ਹੈ ਮਨੀ ਪਲਾਂਟ। ਹੋਰ ਕੋਈ ਵੀ ਐਗਜ਼ੋਟਿਕ ਪਲਾਂਟ ਐਸਾ ਨਹੀਂ ਜਿਹੜਾ ਘਰ 'ਚ ਲਾਓ। ਮਹੱਲੇ 'ਚ ਤੁਸੀਂ ਜਿੰਨੇ ਵੀ ਐਲਸਟੋਨੀਆ ਵਗੈਰਾ ਹੈ ਕਟਵਾ ਦਿਓ। ਕਟਵਾਉਣ ਤੋਂ ਬਾਅਦ ਦੇਖੋ ਜਿਹੜੇ ਮਹੱਲੇ ਝਗੜੇ ਹੁੰਦੇ ਹੈ ਬੰਦ ਹੋ ਜਾਣਗੇ, ਝਗੜੇ ਸਾਰੇ ਇਕਜੁੱਟ ਇਕੱਠੇ ਹੋ ਜਾਣਗੇ, ਪ੍ਰੇਮ ਪਿਆਰ ਹੋ ਜਾਊ ਘਰ 'ਚ, ਬੱਚਿਆਂ ਦਾ ਵਹੁਟੀ ਦਾ ਪ੍ਰੇਮ ਵੱਧ ਜਾਊ। ਉਹ ਪੇੜ ਹਟਾ ਦਿਓ ਆਪਣੇ ਲਾਉਣ ਤੋਂ। ਇੰਨਾ ਇੰਪੋਰਟੈਂਟ ਹੈਗੀ ਇਹ ਗੱਲਾਂ ਜੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਵਿਸ਼ਵਾਸ ਹੈ ਤੁਹਾਡੇ ਕਰਕੇ ਆਵਾਜ਼ ਦੂਰ ਤੱਕ ਜਾਏਗੀ ਤਾਂ ਦੁਨੀਆ ਬਦਲੇਗੀ। अच्छा जी, सबको दो बेटे एक किताब। बैठे रहिए, हाजे करनी है।